नमस्कार, सत श्री अकाल, आदाब। आई वंस अगेन वेलकम यू टू डॉक्टर एचपी's ਹੈਲਥ ਸ਼ੋ। ਅਸੀਂ ਹਾਲੇ ਤੁਸੀਂ ਜਾਣਦੇ ਹੋ ਅਸੀਂ ਕਰੋਨਾ ਦੇ ਦੌਰ ਤੋਂ ਬਾਹਰ ਨਿਕਲੇ ਨਹੀਂ, ਮਸਾਂ ਹੀ ਅਸੀਂ ਹਾਲੇ ਸੋਚਣਾ ਸ਼ੁਰੂ ਕੀਤਾ ਕਿ ਲਾਕਡਾਊਨ ਖਤਮ ਹੋ ਗਏ ਹੈ, ਅਸੀਂ ਆਪਣੀ ਰੂਟੀਨ ਲਾਈਫ 'ਚ ਆਉਣ ਹੀ ਲੱਗੇ ਸੀਗੇ ਕਿ ਫਿਰ ਇੱਕ ਵਾਰ ਸਾਨੂੰ ਇਹਨੇ ਲਲਕਾਰ ਦਿੱਤੀ ਹੈ ਐਂਡ ਓਮੀਕਰੋਨ ਦੀ ਸ਼ੇਪ ਦੇ ਵਿੱਚ ਸਾਡੇ ਵਿੱਚ ਇਹ ਵਾਇਰਸ ਆਈ ਹੈ। ਅਸੀਂ ਸੋਚਿਆ ਕਿ ਕਿਉਂ ਨਾ ਇਹਦੇ ਬਾਰੇ ਤੁਹਾਨੂੰ ਹੋਰ ਜਾਣਕਾਰੀ ਦਿੱਤੀ ਜਾਏ ਤਾਂ ਜੋ ਅਸੀਂ ਇਹਦੇ ਐਪਰੋਪਰੀਏਟ ਪ੍ਰੀਕਾਸ਼ਨਸ ਲੈ ਕੇ ਅਸੀਂ ਕਿੱਦਾਂ ਇਹਦੇ ਤੋਂ ਬਚਾਅ ਕਰ ਸਕਦੇ ਹਾਂ। ਇਹ ਹੈ ਕਿ ਅੱਜ ਕੱਲ੍ਹ ਟੀਵੀ ਦੇ ਉੱਤੇ ਵੀ ਤੁਹਾਨੂੰ ਬਹੁਤ ਸਾਰਾ ਇਹਦੀ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ। ਸੋ ਇਹਦੇ ਲਈ ਵੰਸ ਅਗੇਨ ਮੈਂ ਡਾਕਟਰ ਵਰੁਣ ਪੁਸ਼ਕਰ ਸਪੈਸ਼ਲਿਸਟ ਨੇ ਇਸ ਬਿਮਾਰੀ ਦੇ ਐਂਡ ਇਹਨਾਂ ਨੂੰ ਕਾਫੀ ਜ਼ਿਆਦਾ ਡੀਲ ਕਰਦੇ ਹੈ। ਸੋ ਮੈਂ ਉਹਨਾਂ ਨੂੰ ਸਟੂਡੀਓ 'ਚ ਬੁਲਾਇਆ ਹੈ। ਥੈਂਕ ਯੂ ਸਰ। ਡਾਕਟਰ ਵਰੁਣ ਵੈਲਕਮ ਵੰਸ ਅਗੇਨ ਟੂ ਦ ਸਟੂਡੀਓ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਤੁਸੀਂ ਇਹੋ ਹੀ ਦੱਸੋ ਕਿ ਵੀ ਇਹ ਹੁਣ ਜਿਹੜੀ ਵਾਇਰਸ ਆਈ ਹੈ ਇਹ ਪਹਿਲੀ ਵਾਇਰਸ ਤੋਂ ਡਿਫਰੈਂਟ ਹੈ, ਕੀ ਹੈ? ਬਹੁਤ ਡਿਫਰੈਂਟ ਹੋ ਗਈ ਹੈ ਜੀ। ਜਿਵੇਂ ਅਸੀਂ ਪਹਿਲਵਾਨਾਂ ਦੀ ਕੁਸ਼ਤੀ ਦੇਖਦੇ ਹੁੰਦੇ ਸੀ ਤੇ ਕੁਸ਼ਤੀ ਦੇ ਦੌਰਾਨ ਜਿਹੜਾ ਇੱਕ ਪਹਿਲਵਾਨ ਹਾਰ ਰਿਹਾ ਹੁੰਦਾ ਸੀ ਤੇ ਉਹ ਅੰਤ ਦੇ ਵਿੱਚ ਬੁਖਲਾ ਕੇ ਕਮਲਿਆਂ ਵਾਂਗ ਸੱਜੇ ਖੱਬੇ ਸਿਰ ਮਾਰਨ ਲੱਗ ਜਾਂਦਾ। ਇਹ ਵਾਇਰਸ ਦੀ ਹੁਣ ਉਹ ਹਾਲਤ ਹੋ ਗਈ ਹੈ। ਇਟ ਨੋਵੇਅਰ ਮੀਨਸ ਕਿ ਇਹ ਵੀਕ ਹੋ ਗਿਆ ਔਰ ਇਨਫੈਕਟ ਬੁਖਲਾਇਆ ਹੋਇਆ ਭਾਵੇਂ ਪਹਿਲਵਾਨ ਹੋਵੇ ਤੇ ਭਾਵੇਂ ਜਾਨਵਰ ਹੋਵੇ ਉਹ ਕਿਸੇ ਦਾ ਵੀ ਨੁਕਸਾਨ ਕਰ ਸਕਦਾ। ਉਸੇ ਤਰੀਕੇ ਨਾਲ ਇਹ ਵਾਇਰਸ ਜਿਹੜਾ ਹੈ ਇਹ ਆਪਣੀ ਜਿਹੜੀ ਜੀਨੋਮ ਹੈਗਾ ਇਹ ਉਹਨੂੰ ਬਦਲ ਬਦਲ ਕੇ ਪਹਿਲਾਂ ਅਸੀਂ ਦੇਖਿਆ ਸੀ ਜਿਹੜੀ ਪਿਛਲੀ ਜਿਹੜੀ ਕੋਰੋਨਾ ਦੀ ਜਿਹੜੀ ਵੇਵ ਆਈ ਸੀ ਉਹ ਡੈਲਟਾ ਵਾਇਰਸ ਦੇ ਕਰਕੇ ਸੀਗੀ ਔਰ ਉਹਨੇ ਜੋ ਸਾਡਾ ਬੁਰਾ ਹਾਲ ਕੀਤਾ ਉਹ ਅਸੀਂ ਸਾਰੇ ਜਾਣਦੇ ਹਾਂ। ਇਹ ਉਸ ਤੋਂ ਬਾਅਦ ਇੱਕ ਅੱਧੀ ਮਿਊਟੇਸ਼ਨ ਹੋਰ ਹੋਈ ਤੇ ਫਿਰ ਇਹ ਜਿਹੜਾ ਹੁਣ ਨਿਕਲ ਕੇ ਆਇਆ ਓਮਾਈਕਰੋਨ। ਇਹ ਪਤਾ ਕਿੱਦਾਂ ਚੱਲਿਆ ਕਿਉਂਕਿ ਇਹ ਬੜੀ ਰੈਪਿਡਲੀ ਇੱਕ ਦੂਜੇ ਤੋਂ ਸਪਰੈਡ ਕਰਦਾ ਹੈਗਾ। ਤੁਹਾਨੂੰ ਯਾਦ ਹੋਏਗਾ ਬਚਪਨ 'ਚ ਵਾਇਰਲ ਬੁਖਾਰ ਹੁੰਦੇ ਸੀ ਤੇ ਉਹ ਘਰ 'ਚ ਸਾਰਿਆਂ ਨੂੰ ਹੀ ਹੋ ਜਾਂਦਾ ਸੀ ਤੇ ਸਾਰੇ ਕਹਿੰਦੇ ਸੀ ਜੀ ਇਹ ਤਾਂ ਹੁਣ ਸਾਰਿਆਂ ਨੂੰ ਹੋਣਾ ਹੈ, ਮੈਨੂੰ ਹੋਇਆ ਤੇ ਹੁਣ ਮੇਰੇ ਪਰਿਵਾਰ ਨੂੰ ਹੋਣਾ। ਇਹ ਓਮਾਈਕਰੋਨ ਦੀ ਵੀ ਤੀਵਰਤਾ ਫੈਲਣ ਦੀ ਉਨੀ ਹੀ ਜ਼ਿਆਦਾ ਹੈਗੀ। ਜਦ ਕਿ ਜਦੋਂ ਕੋਵਿਡ ਆਇਆ ਸੀ ਪਹਿਲਾ ਸਟ੍ਰੇਨ ਸੀ ਅਸੀਂ ਜਾਣਦੇ ਸੀ ਕਿ ਇਹ 3 ਜਣੇ ਇੱਕ ਜਣੇ ਨੂੰ ਮਿਲਣ ਜਿਹਨੂੰ ਕੋਵਿਡ ਹੋਵੇ ਤੇ ਉਹ 'ਚੋਂ ਸ਼ਾਇਦ ਇੱਕ ਨੂੰ ਹੋ ਸਕਦਾ ਸੀ। ਇੱਥੇ ਸਿਚੁਏਸ਼ਨ ਇਹ ਹੋ ਗਈ ਹੈ ਕਿ ਜੇ 3 ਲੋਕ ਇੱਕ ਇੱਦਾਂ ਦੇ ਬੰਦੇ ਨੂੰ ਮਿਲਣ ਜਿਹਨੂੰ ਓਮਾਈਕਰੋਨ ਹੈਗਾ ਤੇ ਤਿੰਨਾਂ ਨੂੰ ਹੀ ਹੋ ਜਾਣਾ। ਸੋ ਇਹਦੀ ਮਤਲਬ ਇਨਫੈਕਸ਼ੀਅਸ ਰੇਟ ਉਹ ਬਹੁਤ ਜ਼ਿਆਦਾ। ਤੇ ਲੱਛਣ ਸਿੰਪਟਮ ਸਾਰੇ ਸੇਮ ਹੈ ਕਿ ਡਿਫਰੈਂਟ ਹੈ? ਇਹ ਤੁਸੀਂ ਬੜਾ ਵਧੀਆ ਸਵਾਲ ਪੁੱਛਿਆ ਕਿਉਂਕਿ ਇਹਦੇ ਤੇ ਬੜੇ ਪੇਪਰ ਪਬਲਿਸ਼ ਹੋ ਰਹੇ ਨੇ ਹੁਣ। ਇਹਦੇ ਲੱਛਣ ਕੋਵਿਡ ਵਾਲੇ ਘੱਟ ਤੇ ਫਲੂ ਵਾਲੇ ਜ਼ਿਆਦਾ ਨੇ। ਸੋ ਫਲੂ ਵਾਂਗੂ ਬੋਡੀ ਏਕਸ ਹੋਣਾ, ਥੋੜ੍ਹਾ ਜਿਹਾ ਬੁਖਾਰ ਆਉਣਾ, ਨਜ਼ਲਾ ਰਹਿਣਾ, ਗਲੇ ਦੇ ਵਿੱਚ ਖਰਾਸ਼ ਹੋਣਾ, ਇਹ ਸਾਰੇ ਲੱਛਣ ਜਿਹੜੇ ਨੇ ਇਹਦੇ ਵਿੱਚ ਅਸੀਂ ਜ਼ਿਆਦਾ ਦੇਖ ਰਹੇ ਹਾਂ। ਕੋਵਿਡ ਦੇ ਵਿੱਚ ਅਸੀਂ ਬੁਖਾਰ ਜ਼ਿਆਦਾ ਤੀਵਰਤਾ ਵਾਲਾ ਬੁਖਾਰ 103 104 ਔਰ ਬਹੁਤ ਜ਼ਿਆਦਾ ਖਾਂਸੀ, ਸਾਹ ਲੈਣ 'ਚ ਦਿੱਕਤ ਔਰ ਹੋਰ ਵੀ ਜਿਹੜੀਆਂ ਉਹਦੀਆਂ ਥ੍ਰੋਮਬੋਟਿਕ ਕੰਪਲੀਕੇਸ਼ਨ ਸੀਗੀਆਂ ਜਿੱਦਾਂ ਕਲੌਟ ਬਣ ਜਾਣੇ, ਉਹ ਸਾਰੇ ਲੱਛਣ ਉਹਦੇ ਵਿੱਚ ਸੀਗੇ ਜਿਹੜੇ ਕਿ ਹਲੇ ਤਾਂ ਵੈਸੇ ਬਹੁਤ ਅਰਲੀ ਹੈ ਕਹਿਣਾ, ਬਟ ਓਮਾਈਕਰੋਨ ਦੇ ਜਿਹੜੇ ਫਿਲਹਾਲ ਸਾਨੂੰ ਲੱਛਣ ਦੇਖਣ ਨੂੰ ਮਿਲ ਰਹੇ ਨੇ ਉਹ ਇੱਕ ਕਾਮਨ ਫਲੂ ਵਰਗੇ ਨੇ। ਕਿੰਨੇ ਕੁ ਤੁਸੀਂ ਪੇਸ਼ੈਂਟ ਅੰਮ੍ਰਿਤਸਰ 'ਚ ਦੇਖ ਚੁੱਕੇ ਹੋ ਐਂਡ ਕੀ ਤੁਹਾਡੀ ਸੰਭਾਵਨਾ ਹੈ ਕਿ ਅਸੀਂ ਜਿਵੇਂ ਸਾਨੂੰ ਪਿਛਲੀ ਵਾਰੀ ਤੇ ਬਹੁਤ ਮੁਸ਼ਕਿਲਾਂ ਆਈਆਂ, ਆਕਸੀਜਨ ਹੋ ਗਈ, ਆਈਸੀਯੂ ਬੈੱਡਸ ਨਹੀਂ ਮਿਲੇ, ਕੀ ਅਸੀਂ ਅਗੇਨ ਉਸੇ ਵਾਲੇ ਬੰਦੇ ਤੁਰ ਰਹੇ ਹਾਂ ਜਾਂ ਸਾਡਾ ਇਸ ਸਮੇਂ ਕੁਝ ਬਚਾਅ ਹੋਇਆ? ਸਰ ਇਸ ਤਰ੍ਹਾਂ ਹੈ ਕਿ ਡੈਲਟਾ ਵੇਰੀਐਂਟ ਦੇ ਵਿੱਚ ਤੇ ਅਸੀਂ ਬਹੁਤ ਸਾਰੇ ਪੇਸ਼ੈਂਟਸ ਸਾਰਾ ਸ਼ਹਿਰ ਹੀ ਅਸੀਂ ਆਲਮੋਸਟ ਦੇਖਿਆ ਉਦੋਂ। ਓਮਾਈਕਰੋਨ ਹਲੇ ਪੰਜਾਬ ਦੇ ਵਿੱਚ ਦਸਤਕ ਉਹਨੇ ਦਿੱਤੀ ਹੈ। ਸਾਡੇ ਹਸਪੀਟਲ 'ਚ ਫੋਰਟਿਸ 'ਚ ਅਸੀਂ 10 ਕੁ ਪੇਸ਼ੈਂਟ OPD ਦੇ ਵਿੱਚ ਵੇਖੇ ਨੇ ਜਿਨ੍ਹਾਂ ਨੂੰ ਕਿਸੇ ਨੂੰ ਵੀ ਐਡਮਿਸ਼ਨ ਦੀ ਲੋੜ ਨਹੀਂ ਪਈ ਔਰ ਜਿੰਨਾ ਡੇਟਾ ਵੀ ਆ ਰਿਹਾ ਉਹ ਵੀ ਇਹੀ ਕਹਿੰਦਾ ਕਿ ਇਹ ਬਿਮਾਰੀ ਜਿਹੜੀ ਹੈ ਇਹ ਵੱਧ ਤੋਂ ਵੱਧ 2 ਦਿਨ ਰਹਿੰਦੀ ਹੈ ਔਰ 2 ਦਿਨ ਦੇ ਵਿੱਚ ਫਲੂ ਵਾਂਗੂ ਆਪਣਾ ਟਾਈਮ ਸਪੈਂਡ ਕਰਕੇ ਤੇ ਇਨਸਾਨ ਉਹ 'ਚੋਂ ਰਿਕਵਰ ਕਰ ਜਾਂਦਾ। ਸੋ ਦਾਖਲਾ ਤੇ ਸਰ ਕਿਸੇ ਦਾ ਵੀ ਨਹੀਂ ਹੋਇਆ। ਸੋ ਦੈਟ ਮੀਨਸ ਅ ਮਾਈਲਡ ਫਾਰਮ ਆਫ ਡਿਜ਼ੀਜ਼। ਇਟ ਇਜ਼ ਮਾਈਲਡ ਫਾਰਮ ਬਟ ਇੱਥੇ ਮੈਂ ਉਹ ਵੀ ਗੱਲ ਐਡ ਕਰਨਾ ਚਾਹਾਂਗਾ ਕਿ ਸਾਡੇ ਮੁਲਕ ਦੀ ਪੋਪੂਲੇਸ਼ਨ ਬੜੀ ਹੈ। ਸੋ ਇੰਨੀ ਪੋਪੂਲੇਸ਼ਨ ਦੇ ਵਿੱਚ ਜਦੋਂ ਓਮਾਈਕਰੋਨ ਫੈਲੇਗਾ ਨਾ ਤੇ ਜਿਵੇਂ ਅਸੀਂ ਦੇਖਦੇ ਹਾਂ ਕਿ ਕੁਝ ਬਜ਼ੁਰਗ ਲੋਕ ਜਿਨ੍ਹਾਂ ਨੂੰ ਸ਼ੂਗਰ ਹੈ ਜਾਂ ਹਾਰਟ ਦੇ ਪੇਸ਼ੈਂਟ ਨੇ ਜਿਨ੍ਹਾਂ ਦੇ ਹਾਰਟ ਦਾ ਪੰਪ ਕਮਜ਼ੋਰ ਹੈ ਉਹਨਾਂ ਨੂੰ ਜੇ ਯੂਰਿਨ ਦੀ ਵੀ ਇਨਫੈਕਸ਼ਨ ਹੋ ਜਾਏ ਤੇ ਉਹਨਾਂ ਦੀ ਜਾਨ ਤੇ ਬਣ ਜਾਂਦੀ। ਸੋ ਜੇਕਰ ਉਹਨਾਂ ਨੂੰ ਓਮਾਈਕਰੋਨ ਨਾਲ ਇਨਫੈਕਸ਼ਨ ਹੋਏਗੀ ਤੇ
ਉਹ ਕਿਸੇ ਵੀ ਇਨਫੈਕਸ਼ਨ ਦੇ ਨਾਲ ਉਹਨਾਂ ਦੀ ਜਾਨ ਨੂੰ ਖਤਰਾ ਹੈਗਾ, ਤੇ ਓਮਾਈਕਰੋਨ ਵੀ ਇੱਕ ਭਾਵੇਂ ਮਾਈਲਡ ਕਿਸਮ ਦੀ ਇਨਫੈਕਸ਼ਨ ਹੈ ਬਟ ਇਨਫੈਕਸ਼ਨ ਤੇ ਹੈ। ਸੋ ਇਸ ਕਰਕੇ ਉਹਨਾਂ ਲੋਕਾਂ ਦੀ ਹਸਪੀਟਲਾਈਜੇਸ਼ਨ ਹੋਣ ਦੇ ਚਾਂਸਸ ਜ਼ਿਆਦਾ ਨੇ। ਪਰ ਆਈ ਥਿੰਕ ਬਹੁਤਾ ਪੈਨਿਕ ਕਰਨ ਦੀ ਹਾਲੇ ਲੋੜ ਨਹੀਂ ਹੈ ਕਿ ਵੀ ਸਾਨੂੰ ਬੈਡ ਸਾਡੇ ਕੋਲ ਨਾਓ ਵੀ ਹੈਵ ਸਫੀਸ਼ੀਐਂਟ ਬੈਡਸ, ਬੜੇ ਹਸਪੀਟਲ ਨੇ ਆਪਣੇ ਆਕਸੀਜਨ ਪਲਾਂਟ ਵੀ ਲਗਾ ਲਏ ਹੋਏ ਹੈ। ਸੋ ਆਈ ਡੋਂਟ ਥਿੰਕ ਕਿ ਅਸੀਂ ਵੈਸੇ ਪਿਛਲੀ ਵਾਰੀ ਵੀ ਨਹੀਂ ਫੇਸ ਕੀਤੀ ਸੀ, ਪਰ ਅਸੀਂ ਕੋਈ ਆਕਸੀਜਨ ਦੀ ਸਪਲਾਈ ਜਾਂ ਕੋਈ ਇਹੋ ਜਿਹੀ ਚੀਜ਼ ਨੂੰ ਫੇਸ ਕਰਾਂਗੇ ਸ਼ਾਰਟੇਜ। ਜਿੰਨਾ ਕੁ ਡੇਟਾ ਆ ਰਿਹਾ ਹੈ ਸਾਰੇ ਮੁਲਕਾਂ ਤੋਂ ਜਿੱਥੇ ਓਮਾਈਕਰੋਨ ਫੈਲਿਆ, ਜਿਵੇਂ US, ਯੂਰਪ, ਇਹਨਾਂ ਸਾਰੀਆਂ ਥਾਵਾਂ ਤੇ ਹਸਪੀਟਲਾਈਜੇਸ਼ਨ ਰੇਟ ਬਹੁਤ ਘੱਟ ਹੈ, ਔਰ ਜਿਨ੍ਹਾਂ ਦਾ ਹੈ ਉਹਨਾਂ ਨੂੰ ਆਕਸੀਜਨ ਦੀ ਵੀ ਜ਼ਰੂਰਤ ਨਹੀਂ ਪੈ ਰਹੀ। ਉਹਨਾਂ ਦੀ ਹਸਪੀਟਲਾਈਜੇਸ਼ਨ ਇਜ਼ ਅਗੇਨ ਬਿਕੋਜ਼ ਆਫ ਦੋਜ਼ ਰੀਜ਼ਨ ਜਿਹੜੇ ਮੈਂ ਤੁਹਾਨੂੰ ਦੱਸੇ ਹੈ ਕਿ ਉਹਨਾਂ ਨੂੰ ਕੋਐਗਜ਼ਿਸਟਿੰਗ ਡਿਜ਼ੀਜ਼ਸ ਨੇ, ਜਿਨ੍ਹਾਂ ਦੇ ਕਰਕੇ ਉਹ ਅਨਸਟੇਬਲ ਹੋ ਜਾਂਦੇ ਆ ਤੇ ਜ਼ਿਆਦਾ ਕੇਅਰ ਦੇ ਲਈ ਉਹਨਾਂ ਨੂੰ ਸ਼ਿਫਟ ਕੀਤਾ ਜਾਂਦਾ। ਆਕਸੀਜਨ ਕ੍ਰਾਈਸਿਸ ਜਿਵੇਂ ਅਸੀਂ ਡੈਲਟਾ ਵੇਰੀਐਂਟ ਦੇ ਦੌਰਾਨ ਸਿਰਫ ਆਪਣੇ ਮੁਲਕ 'ਚ ਹੀ ਨਹੀਂ, ਅਮਰੀਕਾ ਨੇ ਵੀ ਦੇਖਿਆ ਹੈਗਾ, ਉੱਥੇ ਵੀ ਆਕਸੀਜਨ ਸ਼ਾਰਟੇਜ ਕਰਕੇ ਵੀ ਡੈਥਸ ਹੋਈਆਂ ਨੇ ਤੇ ਸਾਡੇ ਵੀ ਹੋਈਆਂ। ਇਟ ਵਾਜ਼ ਆਈ ਵੁੱਡ ਸੇ ਕੈਟਾਸਟ੍ਰਫੀ। ਪਰਮਾਤਮਾ ਨਾ ਕਰੇ ਉਹੋ ਜਿਹਾ ਦਿਨ ਆਵੇ, ਬਟ ਲੱਗਦਾ ਹੈ ਕਿ ਇਹੋ ਜਿਹੇ ਹਾਲਾਤ ਨਹੀਂ ਬਣਨਗੇ। ਚਲੋ ਇਹ ਤਾਂ ਬੜੀ ਚੰਗੀ ਗੱਲ ਹੈ, ਪਰ ਹੁਣ ਕੁਐਸਚਨ ਇਹ ਹੈ ਕਿ ਵੀ ਅਸੀਂ ਪੇਸ਼ੈਂਟ ਨੂੰ ਘਰ ਭੇਜ ਦਿੱਤਾ ਤੇ ਪੇਸ਼ੈਂਟ ਘਰ ਰਹਿਣਗੇ ਜੀ, ਤਾਂ ਕੀ ਪ੍ਰੀਕਾਸ਼ਨਸ ਉਹਨਾਂ ਨੇ ਲੈਣੀ ਹੈ, ਕੀ ਮੈਡੀਕੇਸ਼ਨ ਉਹਨਾਂ ਨੇ ਲੈਣੀ ਹੈ, ਉਹਨਾਂ ਨੂੰ ਕੀ ਆਪਾਂ ਸਲਾਹ ਦੇ ਸਕਦੇ ਹਾਂ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਪੇਸ਼ੈਂਟ ਤੁਹਾਡੇ ਕੋਲ ਦਿਖਾਣ ਆ ਗਿਆ, ਇਹਦਾ ਮਤਲਬ ਉਹਨੂੰ ਲੱਛਣ ਹੈਗੇ। ਸੋ ਕੁਝ ਪੇਸ਼ੈਂਟ ਇਹੋ ਜਿਹੇ ਹੋਣਗੇ ਇੱਕ ਪਰਿਵਾਰ 'ਚ ਜਿਨ੍ਹਾਂ ਨੂੰ ਲੱਛਣ ਹੋਣਗੇ, ਕੁਝ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਲੱਛਣ ਨਹੀਂ ਹੋਣਗੇ। ਸੋ ਅਸੀਂ ਜਦੋਂ ਉਹਨਾਂ ਨੂੰ ਡਾਇਗਨੋਜ਼ ਕਰ ਲੈਂਦੇ ਹਾਂ ਕਿ ਕਿਸੇ ਨੂੰ ਓਮਾਈਕਰੋਨ ਜਾਂ ਕੋਵਿਡ ਹੈਗਾ, ਸਾਡੀ ਪਹਿਲੀ ਹਿਦਾਇਤ ਉਹਨਾਂ ਨੂੰ ਆਹ ਹੋਣੀ ਚਾਹੀਦੀ ਕਿ ਬਾਕੀ ਫੈਮਿਲੀ ਮੈਂਬਰਸ ਦਾ ਵੀ ਇੱਕ ਵਾਰੀ ਚੈੱਕ ਕਰਾ ਲਓ, ਕਿਉਂਕਿ ਇਹ ਬੜੀ ਰੈਪਿਡਲੀ ਫੈਲਦਾ। ਦੂਸਰੀ, ਆਪਣਾ ਕੋਵਿਡ ਐਪਰੋਪਰੀਏਟ ਬਿਹੇਵੀਅਰ, ਕਿ ਪਰਿਵਾਰ ਦੇ ਵਿੱਚ ਵੀ ਮਾਸਕ ਲਗਾ ਕੇ ਰੱਖਣਾ, ਸੋਸ਼ਲ ਡਿਸਟੈਂਸਿੰਗ ਰੱਖਣੀ, ਖਾਂਸੀ ਕਰਨੀ ਤੇ ਕੱਪੜੇ 'ਚ ਕਰਨੀ, ਨਹੀਂ ਤੇ ਐਲਬੋ ਦੇ ਵਿੱਚ ਕਰ ਲੈਣੀ, ਸੋ ਦੈਟ ਇਟ ਡਜ਼ਨਟ ਸਪਰੈਡ ਐਵਰੀਵੇਅਰ। ਜੇਕਰ 2 ਲੋਕ ਇੱਕੋ ਪਰਿਵਾਰ ਦੇ ਵਿੱਚ ਕੋਵਿਡ ਪੋਜ਼ਿਟਿਵ ਆ ਜਾਂਦੇ ਨੇ ਜਾਂ ਜ਼ਿਆਦਾ ਮੈਂਬਰ ਵੀ ਪੋਜ਼ਿਟਿਵ ਆ ਜਾਂਦੇ ਨੇ, ਤੇ ਕਈ ਵਾਰੀ ਉਹ ਸਵਾਲ ਪੁੱਛਦੇ ਨੇ ਜੀ ਕਿ ਅਸੀਂ ਇੱਕੋ ਕਮਰੇ 'ਚ ਰਹਿ ਸਕਦੇ ਹਾਂ, ਤੇ ਆਨਸਰ ਹੈਗਾ ਯੈਸ, ਬਿਕੋਜ਼ ਇੱਕ ਦੂਜੇ ਨੂੰ ਉਹ ਹੋਰ ਇਨਫੈਕਸ਼ਨ ਨਹੀਂ ਦੇ ਸਕਦੇ। ਸੋ ਜੇ ਉਹਨਾਂ ਨੂੰ ਦੋਨਾਂ ਨੂੰ ਕੋਵਿਡ ਪੋਜ਼ਿਟਿਵ ਆ ਗਿਆ, ਇੱਕ ਨੂੰ ਲੱਛਣ ਹੈਗੇ ਤੇ ਦੂਜੇ ਨੇ ਵੈਸੇ ਕਰਾਇਆ ਕਿਉਂਕਿ ਲੋੜ ਸੀਗੀ, ਉਹ ਵੀ ਪੋਜ਼ਿਟਿਵ ਆ ਗਿਆ, ਤੇ ਦੇ ਕੈਨ ਸਟੇ ਇਨ ਦੀ ਸੇਮ ਰੂਮ ਇਨ ਦੀ ਸੇਮ ਹੋਮ ਵਿਦਾਊਟ ਐਨੀ ਐਡੀਸ਼ਨਲ ਰਿਸਕ ਆਫ ਇਨਫੈਕਟਿਵਿਟੀ। ਬਟ ਉਹਨਾਂ ਨੂੰ ਐਜ਼ ਨਾਓ ਕੁਆਰੰਟਾਈਨ ਪੀਰੀਅਡ 10 ਦਿਨ ਦਾ ਹੈਗਾ। 10 ਦਿਨ ਦੇ ਕੁਆਰੰਟਾਈਨ ਪੀਰੀਅਡ ਤੋਂ ਬਾਅਦ ਵੀ 7 ਡੇਜ਼ ਤੱਕ ਐਕਸਟ੍ਰੀਮ ਪ੍ਰੀਕਾਸ਼ਨ ਰੱਖਣ ਦੀ ਹਿਦਾਇਤ ਜਿਹੜੀ ਹੈ ਉਹ ਸਾਡੀ ਮਿਨਿਸਟਰੀ ਆਫ ਜਿਹੜੀ ਚਾਈਲਡ ਐਂਡ ਵੂਮਨ ਹੈਲਥ ਕੇਅਰ ਨੇ ਦਿੱਤੀ ਹੋਈ ਹੈ। ਉਹਦੇ ਹਿਸਾਬ ਨਾਲ ਹੀ ਸਾਨੂੰ ਚੱਲਣਾ ਪਏਗਾ। ਨੋਟੇਬਲ ਗੱਲ ਇਹ ਹੈ ਕਿ ਓਮਾਈਕਰੋਨ ਦਾ ਜਿਹੜਾ ਇਨਫੈਕਟਿਵਿਟੀ ਪੀਰੀਅਡ ਹੈਗਾ ਨਾ, ਉਹ 2 ਦਿਨ ਤੋਂ 2 ਹਫ਼ਤੇ ਹੈ। ਸੋ ਜੇ ਅਸੀਂ ਕਿਸੇ ਦੇ ਐਕਸਪੋਜ਼ਰ 'ਚ ਆਏ ਹਾਂ ਔਰ ਉਹਨੂੰ ਕੋਵਿਡ ਸੀਗਾ, ਤਾਂ ਸਾਨੂੰ ਲੱਛਣ ਆਉਂਦੇ 2 ਦਿਨ ਲੱਗ ਜਾਣਗੇ। 2 ਦਿਨ ਤੋਂ 2 ਹਫ਼ਤੇ। ਮਜ਼ੇਦਾਰ ਗੱਲ ਇਹ ਹੈ ਕਿ 2 ਹਫ਼ਤੇ ਹੀ ਓਮਾਈਕਰੋਨ ਦਾ ਮੈਕਸਿਮਮ ਸਰਵਾਈਵਲ ਪੀਰੀਅਡ ਹੈਗਾ। ਸੋ ਜੇ ਮੈਂ ਉਸ ਤਰਕ ਨਾਲ ਵੀ ਚੱਲਾਂ ਤੇ 14 ਦਿਨ ਤੋਂ ਬਾਅਦ ਆਈਸੋਲੇਸ਼ਨ ਦੀ ਜ਼ਰੂਰਤ ਨਹੀਂ ਹੈਗੀ। ਪਰ ਬ੍ਰੌਡਰ ਸਕੇਲ ਤੇ ਜਿਵੇਂ ਹੁਣ ਸਕੂਲਸ, ਸਿਨੇਮਾ ਹਾਲਸ, ਪਬਲਿਕ ਪਲੇਸਿਸ, ਹਾਲਾਂਕਿ ਕਿਤੇ ਕਿਤੇ ਲੋਕਡਾਊਨ ਲੱਗ ਗਏ ਨੇ, ਬਟ ਸਟਿਲ ਸਾਡੀ ਐਜ਼ ਅ ਰਿਸਪੌਂਸਿਬਲ ਨਾਗਰਿਕ ਇਹ ਜ਼ਰੂਰੀ ਇੱਕ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕੋਵਿਡ ਐਪਰੋਪਰੀਏਟ ਬਿਹੇਵੀਅਰ ਨੂੰ ਫੋਲੋ ਕਰੀਏ, ਅਸੀਂ ਮਾਸਕ ਪਾ ਕੇ ਰੱਖੀਏ, ਓਪਨ ਸਪੇਸਿਸ 'ਤੇ ਜ਼ਿਆਦਾ ਟਾਈਮ ਸਪੈਂਡ ਕਰੀਏ ਬਜਾਏ ਕਿ ਕਲੋਜ਼ਡ ਸਪੇਸਿਸ ਦੇ ਵਿੱਚ ਜਿਹੜੀ ਗੈਦਰਿੰਗ ਹੁੰਦੀ ਹੈ ਉੱਥੇ ਇਹ ਵਾਇਰਸ ਹਵਾ 'ਚ ਸਸਪੈਂਡਡ ਰਹਿੰਦਾ ਤੇ ਕੋਈ ਖਾਂਸੀ ਕਰਕੇ ਚਲਿਆ ਵੀ ਗਿਆ ਤੇ ਤੁਸੀਂ ਬਾਅਦ ਚੋਂ ਗਏ ਤਾਂ ਵੀ ਤੁਹਾਨੂੰ ਵਾਇਰਸ ਮਿਲ ਸਕਦਾ। ਕਿੰਨੇ ਚਿਰ ਤੱਕ ਵਾਇਰਸ CDC ਕਹਿੰਦੀ ਹੈ ਕਿ ਉਹ ਵਾਇਰਸ 4 ਤੋਂ 6 ਘੰਟੇ ਰਹਿ ਸਕਦਾ ਹੈ ਹਵਾ ਦੇ ਵਿੱਚ, ਤੇ ਧਾਤੂ ਵਰਗੀਆਂ ਚੀਜ਼ਾਂ ਦੇ ਉੱਤੇ ਵੀ ਡਿਪੋਜ਼ਿਟ ਹੋ ਸਕਦਾ ਹੈ ਫॉर 2 ਡੇਜ਼। ਹਾਲਾਂਕਿ ਧਾਤੂ ਤੋਂ ਇਹ ਫੈਲਦਾ ਨਹੀਂ ਹੈ, ਮਤਲਬ ਜੇਕਰ ਇੱਥੇ ਪਿਆ ਤੇ ਇੱਥੋਂ ਮੈਂ ਹੱਥ ਲਗਾ ਲਾਂ ਕਿਉਂਕਿ ਇਹਦਾ ਰਸਤਾ ਡ੍ਰੌਪਲੈਟ ਹੈ। ਸੋ ਇਹ ਹਵਾ ਦੇ ਬੂੰਦਾਂ ਦੇ ਜ਼ਰੀਏ ਹੀ, ਇਹ ਸਾਡੇ ਨੱਕ ਦੇ ਜ਼ਰੀਏ ਹੀ ਅੰਦਰ ਜਾਏਗਾ ਤੇ ਇਨਫੈਕਸ਼ਨ ਕਰ ਸਕਦਾ ਹੈ। ਇਹ ਜ਼ੁਬਾਨ ਦੇ ਜ਼ਰੀਏ ਜਾਏਗਾ ਤੇ ਨਹੀਂ ਕਰ ਸਕਦਾ। ਡਾਕਟਰ ਵਰੁਣ, ਬਹੁਤ ਸਾਰੇ ਪੇਸ਼ੈਂਟਸ ਨੂੰ ਅਸੀਂ ਵੈਕਸੀਨ ਦੇ ਚੁੱਕੇ ਜੀ, ਐਂਡ ਵੈਕਸੀਨ ਦਾ ਡਬਲ ਸ਼ਾਟ ਵੀ ਲੱਗ ਚੁੱਕਾ ਹੈ ਜੀ। ਸੋ ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਵੈਕਸੀਨ ਲੱਗੀ ਹੋਈ ਹੈ ਤੇ ਜਿਨ੍ਹਾਂ ਨੂੰ ਨਹੀਂ ਲੱਗੀ ਹੋਈ, ਕੋਈ ਡਿਫਰੈਂਸ ਨਜ਼ਰ ਆ ਰਿਹਾ ਹੈ? ਦੇਖੋ, ਓਮਾਈਕਰੋਨ ਵੈਕਸੀਨੇਟਡ ਲੋਕਾਂ ਨੂੰ ਵੀ ਉੱਦਾਂ ਹੀ ਇਫੈਕਟ ਕਰ ਰਿਹਾ ਹੈ ਜਿੱਦਾਂ ਕਿ ਨਾਨ ਵੈਕਸੀਨੇਟਡ ਨੂੰ ਕਰ ਰਿਹਾ।
ਫਰਕ ਇਹ ਹੈ, ਇਟ ਇਜ਼ ਜਸਟ ਲਾਈਕ ਕਿ ਫਾਈਨਲ ਪੇਪਰ ਦੇ ਵਿੱਚ ਜਾਣ ਤੋਂ ਪਹਿਲਾਂ ਅਸੀਂ ਕਿੰਨੇ ਰਿਵੀਜ਼ਨ ਟੈਸਟ ਦਿੱਤੇ ਨੇ। ਸੋ ਜੇ ਅਸੀਂ ਵੈਕਸੀਨੇਸ਼ਨ ਨਹੀਂ ਲਗਵਾਈ ਹੋਈ, ਮਤਲਬ ਅਸੀਂ ਰਿਵੀਜ਼ਨ ਟੈਸਟ ਨਹੀਂ ਦਿੱਤਾ ਹੋਇਆ, ਤੇ ਅਸੀਂ ਹੋ ਸਕਦਾ ਪੇਪਰ 'ਚ ਫੇਲ ਹੋ ਜਾਈਏ। ਪਰ ਜੇ ਅਸੀਂ ਵੈਕਸੀਨੇਸ਼ਨ ਲਵਾਈ ਹੋਈ ਹੈ ਤੇ ਬੂਸਟਰ ਡੋਜ਼ ਵੀ ਲਗਵਾਈ ਹੋਈ ਹੈ ਤੇ ਓਮਾਈਕਰੋਨ ਦੀ ਇਨਫੈਕਸ਼ਨ ਹੋ ਜਾਂਦੀ ਹੈ, ਇਹਦਾ ਮਤਲਬ ਫਾਈਨਲ ਟੈਸਟ ਦੇ ਲਈ ਅਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਪ੍ਰੀਪੇਅਰਡ ਹੈਗੇ। ਸੋ ਜਿਨ੍ਹਾਂ ਨੂੰ ਵੈਕਸੀਨੇਸ਼ਨ ਲੱਗੀ ਹੈ ਉਹਨਾਂ ਦੇ ਕੇਸ ਦੇ ਵਿੱਚ ਇਨਫੈਕਟਿਵ ਹੋਣਾ ਮਤਲਬ ਸਪਰੈਡ ਕਰਨ ਦਾ ਇੰਸੀਡੈਂਸ, ਕਿ ਜੇ ਮੈਨੂੰ ਕੋਵਿਡ ਹੋ ਗਿਆ, ਮੈਨੂੰ ਵੈਕਸੀਨੇਸ਼ਨ ਲੱਗੀ ਹੋਈ, ਜੇ ਮੈਨੂੰ ਓਮਾਈਕਰੋਨ ਹੋ ਗਿਆ ਤੇ ਮੈਨੂੰ ਕਿਸੇ ਨੂੰ ਇਨਫੈਕਸ਼ਨ ਦੇਣ ਦੇ ਚਾਂਸ ਘਟ ਜਾਂਦੇ ਨੇ। ਪਹਿਲੀ ਚੀਜ਼ ਤਾਂ ਇਹੀ ਹੈ ਜਿਹੜੀ ਅਚੀਵਮੈਂਟ ਹੈ ਕਿ ਇਹ ਸਪਰੈਡ ਨੂੰ ਵੀ ਰੋਕਦਾ ਹੈਗਾ। ਦੂਜਾ ਇਹ ਹੈ ਕਿ ਉਹਦੀ ਇਨਫੈਕਟਿਵਿਟੀ ਘਟਾ ਦਿੰਦਾ, ਸਾਡੀ ਬਾਡੀ ਨੂੰ ਜ਼ਿਆਦਾ ਸੋਹਣੇ ਤਰੀਕੇ ਨਾਲ ਪ੍ਰੀਪੇਅਰ ਕਰ ਦਿੰਦਾ ਉਸ ਇਨਫੈਕਸ਼ਨ ਦੇ ਨਾਲ ਲੜਨ ਲਈ। ਹਾਲਾਂਕਿ ਇਹ ਮਾਈਲਡ ਇਨਫੈਕਸ਼ਨ ਹੈ, ਇਸੇ ਕਰਕੇ ਤੁਸੀਂ ਜਿਹੜਾ ਪਹਿਲਾ ਸਵਾਲ ਪੁੱਛਿਆ ਸੀਗਾ ਕਿ ਉਹਨਾਂ ਨੂੰ ਕਿਹੜੀਆਂ ਮੈਡੀਸਿਨਸ ਖਾਣੀਆਂ ਚਾਹੀਦੀਆਂ ਨੇ, ਆਈ ਥਿੰਕ ਜਿੰਨੀ ਦੇਰ ਤੱਕ ਬੁਖਾਰ ਰਹਿੰਦਾ ਉਨੀ ਦੇਰ ਤੱਕ ਪੈਰਾਸੀਟਾਮੋਲ ਇਜ਼ ਗੁੱਡ ਇਨਫ। ਔਰ ਜੇ ਉਹਨਾਂ ਨੂੰ ਨਜ਼ਲਾ ਹੈਗਾ ਤੇ ਕੋਈ ਵੀ ਐਂਟੀਹਿਸਟਾਮੀਨ ਜਿਹੜੀ ਜਿਵੇਂ ਆਪਣਾ ਲੀਵੋਸੈਟ੍ਰਿਜ਼ਨ ਹੋ ਗਈ, ਇਹੋ ਜਿਹੀ ਟੈਬਲੇਟ ਖਾ ਕੇ ਉਹਨਾਂ ਨੂੰ ਉਹਦੇ ਨਾਲ ਰਿਲੀਫ ਮਿਲ ਸਕਦੀ ਹੈ। ਵੈਕਸੀਨੇਟਡ ਲੋਕਾਂ ਦੇ ਵਿੱਚ ਲੱਛਣ ਬਹੁਤ ਘੱਟ ਔਰ ਮਿਨੀਮਮ ਡਿਊਰੇਸ਼ਨ ਲਈ ਰਹਿੰਦੇ ਨੇ। ਸੋ ਦੈਟ ਮੀਨ ਕਿ ਵੈਕਸੀਨੇਸ਼ਨ ਦਾ ਫਾਇਦਾ ਤੇ ਹੈ ਜੀ, ਬਿਲਕੁਲ ਹੈ। ਔਰ ਅਸੀਂ ਆਪਣੇ ਚੈਨਲ ਥਾਣੀ ਇਸ ਪ੍ਰੋਗਰਾਮ ਦੇ ਰਸਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਫਿਰ ਰਿਕੁਐਸਟ ਕਰਦੇ ਹਾਂ ਕਿ ਜੇ ਤੁਸੀਂ ਹਾਲੇ ਤੱਕ ਆਪਣੀ ਵੈਕਸੀਨੇਸ਼ਨ ਨਹੀਂ ਲਵਾਈ ਹੋਈ ਤੇ ਆਪਣੇ ਆਪ ਨੂੰ ਵੈਕਸੀਨੇਟ ਜ਼ਰੂਰ ਕਰਾਓ ਜੀ, ਇਹਦਾ ਬੈਨੀਫਿਟ ਹੈ। ਸੋ ਡਾਕਟਰ ਵਰੁਣ, ਹੁਣ ਬੂਸਟਰ ਡੋਜ਼ ਦਾ ਆ ਗਿਆ, ਹਾਂਜੀ, ਬੂਸਟਰ ਡੋਜ਼ ਲੱਗਣੀ ਚਾਹੀਦੀ ਹੈ ਕਿ ਨਹੀਂ ਲੱਗਣੀ ਚਾਹੀਦੀ, ਹਾਂਜੀ, ਤੇ ਉਹਦਾ ਕੀ ਬੈਨੀਫਿਟ ਹੋਏਗਾ? ਦੇਖੋ, ਬੂਸਟਰ ਡੋਜ਼ ਉਵੇਂ ਹੀ ਮੈਂ ਦੱਸਿਆ, ਇੱਕ ਫਾਈਨਲ ਪੇਪਰ ਤੋਂ ਪਹਿਲਾਂ ਇੱਕ ਮੌਕ ਟੈਸਟ ਹੈ। ਸੋ ਮੇਰੇ ਖਿਆਲ ਤੇ ਸਾਰਿਆਂ ਨੂੰ ਲੈ ਲੈਣਾ ਚਾਹੀਦਾ ਬੂਸਟਰ ਡੋਜ਼। ਜੇ ਸਰਕਾਰ ਇਹੋ ਜਿਹੀ ਪਾਲਿਸੀ ਲੈ ਆਵੇ ਤੇ ਸਭ ਨੂੰ ਲੈ ਲੈਣਾ ਚਾਹੀਦਾ। ਬਟ ਜਿਹੜੇ ਲੋਕ ਜ਼ਿਆਦਾ ਐਕਸਪੋਜ਼ਡ ਨੇ, ਜਿਵੇਂ ਮੈਡੀਕਲ ਫਰਟਰਨਿਟੀ ਹੋ ਗਈ, ਜਾਂ ਜਿਵੇਂ ਬੈਂਕ ਅਫੀਸ਼ੀਅਲਸ ਹੋ ਗਏ, ਜਾਂ ਪੁਲਿਸ ਅਫੀਸ਼ੀਅਲਸ ਹੋ ਗਏ, ਜਾਂ ਮੀਡੀਆ ਦੇ ਲੋਕ ਹੋ ਗਏ ਜਿਨ੍ਹਾਂ ਨੇ ਇੱਥੇ ਆਪਣਾ ਪਬਲਿਕ ਪਲੇਸਿਸ ਦੇ ਵਿੱਚ ਜਾਣਾ ਹੈਗਾ, ਇਹਨਾਂ ਲੋਕਾਂ ਨੂੰ ਬੂਸਟਰ ਡੋਜ਼ ਬਹੁਤ ਜ਼ਰੂਰੀ ਮਿਲ ਜਾਣੀ ਚਾਹੀਦੀ ਹੈ। ਬਿਕੋਜ਼ ਸਾਡੀ ਕਿੰਨੀ ਇਮਿਊਨਿਟੀ ਪਿਛਲੀ ਵੈਕਸੀਨੇਸ਼ਨ ਤੋਂ ਜਾਂ ਪਿਛਲੀ ਇਨਫੈਕਸ਼ਨ ਤੋਂ ਬਚੀ ਹੋਏਗੀ, ਇਹ ਜਾਣਨ ਦਾ ਤੇ ਦੇਖੋ ਕੋਈ ਸੋਲਿਡ ਤਰੀਕਾ ਨਹੀਂ ਹੈਗਾ। ਪਹਿਲਾਂ ਉਹਨਾਂ ਨੇ ਇੱਕ FDA ਨੇ ਕਿਹਾ ਸੀ, CDC ਦੀਆਂ ਗਾਈਡਲਾਈਨ ਸੀਗੀਆਂ ਕਿ ਤੁਸੀਂ ਆਪਣਾ ਐਂਟੀਬੋਡੀ ਟਾਈਟਰ ਕਰਾ ਲਓ। ਹੌਲੀ ਹੌਲੀ ਪਤਾ ਚੱਲਿਆ ਕਿ ਐਂਟੀਬੋਡੀ ਜਿਹੜੀ ਹੈ ਉਹ ਇੰਨੀ ਇਫੈਕਟਿਵ ਨਹੀਂ ਹੈਗੀ ਜਿੰਨੀ ਇੱਕ ਦੂਸਰੀ ਪ੍ਰਣਾਲੀ ਸਾਡੇ ਸਰੀਰ 'ਚ ਚੱਲਦੀ, ਜਿਹਨੂੰ ਅਸੀਂ T ਸੈੱਲ ਇਮਿਊਨਿਟੀ ਕਹਿੰਦੇ ਹਾਂ। ਦੈਟ ਇਜ਼ ਸਮਹਾਉ ਮੋਰ ਇਫੈਕਟਿਵ ਅਗੇਂਸਟ ਐਨੀ ਵਾਇਰਲ ਡਿਜ਼ੀਜ਼। ਉਹਨੂੰ ਕੁਆਂਟੀਫਾਈ ਕਰਨ ਦਾ ਤਰੀਕਾ ਬੜਾ ਡਿਫੀਕਲਟ ਹੈ ਔਰ ਬੜਾ ਐਕਸਪੈਂਸਿਵ ਹੈ। ਸੋ ਕਿਉਂਕਿ ਇਹ ਜਾਣਨਾ ਬੜਾ ਮੁਸ਼ਕਿਲ ਹੈ ਕਿ ਪਿਛਲੀ ਇਨਫੈਕਸ਼ਨ ਤੋਂ ਜਾਂ ਵੈਕਸੀਨੇਸ਼ਨ ਤੋਂ ਸਾਨੂੰ ਕਿੰਨੀ ਇਸ ਵੇਲੇ ਰੈਜ਼ੀਡੂਅਲ ਇਮਿਊਨਿਟੀ, ਮਤਲਬ ਬਚੀ ਹੋਈ ਇਮਿਊਨਿਟੀ ਬਚੀ ਹੈ। ਜਦ ਇਹ ਜਾਣਨ ਦਾ ਸਾਡੇ ਕੋਲ ਤਰੀਕਾ ਕੋਈ ਨਹੀਂ, ਤੇ ਜੇ ਬੂਸਟਰ ਮਿਲ ਰਿਹਾ ਤੇ ਮੇਰੇ ਖਿਆਲ ਨਾਲ ਲਗਵਾ ਲੈਣਾ ਚਾਹੀਦਾ। ਤੇ ਇਹਦਾ ਨੈਕਸਟ ਕੁਐਸਚਨ ਹੈ ਕਿ ਵੀ ਤੁਸੀਂ ਇੱਕ ਬੰਦੇ ਨੇ ਪਹਿਲਾਂ ਇੱਕ ਕੋਵਿਸ਼ੀਲਡ ਲਵਾਈ ਜੀ, तो बूस्टर कोविशील्ड का ही लगेगा या कुछ और लगेगा? क्योंकि गवर्नमेंट आई थिंक बूस्टर ਲਈ ਇੱਕ ਕੋਈ ਹੋਰ ਵੈਕਸੀਨ ਵੀ ਪ੍ਰਮੋਟ ਕਰ ਰਹੀ ਹੈ। ਸਰ, ਇਹ ਤੁਸੀਂ ਨਾ ਬੜਾ ਵਧੀਆ ਤੇ ਬੜਾ ਇੰਟਰਸਟਿੰਗ ਸਵਾਲ ਪੁੱਛਿਆ। ਇਹਦੇ ਤੇ ਬਹੁਤ ਡਿਬੇਟਸ ਹੋ ਚੁੱਕੀਆਂ। ਇਨਫੈਕਟ ਕਈ ਲੋਕਾਂ ਨੇ ਮਲਟੀਪਲ ਵੈਕਸੀਨੇਸ਼ਨਸ ਕਰਵਾਈਆਂ ਵੀ ਐਜ਼ ਅ ਟ੍ਰਾਇਲ ਬੇਸਡ, ਐਜ਼ ਅ ਵਲੰਟੀਅਰ ਬੇਸਡ ਲੋਕਾਂ ਲਗਵਾਈਆਂ ਨੇ। ਸੋ ਇਟ ਇਜ਼ ਵੈਰੀ ਡਿਫਿਕਲਟ ਟੂ ਸੇ ਕਿ ਇਹਦੇ ਨਾਲ ਕੋਈ ਕ੍ਰੋਸ ਰਿਐਕਟੀਵਿਟੀ ਹੋਏਗੀ ਕਿ ਨਹੀਂ ਹੋਏਗੀ। ਦ ਰੀਜ਼ਨ ਬੀਇੰਗ ਕਿ ਇਹ ਵੈਕਸੀਨੇਸ਼ਨਸ ਜਿਹੜੀਆਂ ਇੰਡੀਆ ਦੇ ਵਿੱਚ ਅਵੇਲੇਬਲ ਨੇ, ਇਹਨਾਂ ਦੋਨਾਂ ਦੀ ਬਣਤਰ ਤੇ ਇਹਨਾਂ ਦੇ ਅਫੈਕਟ ਕਰਨ ਦਾ ਤਰੀਕਾ ਦੋਨੋਂ ਹੀ ਅਲੱਗ ਹੈ। ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹਦੇ ਬਾਰੇ ਜਾਗਰਤ ਕਰ ਦਿੰਦਾ। ਜਿਹੜਾ ਕੋਵੀਸ਼ੀਲਡ ਜਿਹੜੀ ਵੈਕਸੀਨੇਸ਼ਨ ਹੈ, ਉਹ ਇੱਕ ਚਿੰਪੈਂਜ਼ੀ ਦੇ ਇਨਫੈਕਸ਼ਨ ਕਰਨ ਵਾਲੇ ਵਾਇਰਸ ਨੂੰ ਲੈ ਕੇ ਬਣਾਈ ਗਈ ਹੈ। ਸੋ ਉਹ ਜਿਹੜਾ ਵਾਇਰਸ ਹੈ ਉਹ ਇਨਸਾਨਾਂ ਨੂੰ ਇਨਫੈਕਸ਼ਨ ਕਰ ਹੀ ਨਹੀਂ ਸਕਦਾ। ਸੋ ਉਹਦੇ ਵਿੱਚ ਇਹਨਾਂ ਨੇ ਕੋਵਿਡ ਦੇ ਤੰਤੂ ਪਾਏ ਹੋਏ ਨੇ ਸੋ ਦੈਟ ਕਿ ਸਾਡੇ ਸਰੀਰ ਨੂੰ ਇੱਕ ਐਕਸਪੋਜ਼ਰ ਮਿਲ ਜਾਏ ਕਿ ਕੋਵਿਡ ਸਾਡੇ ਅੰਦਰ ਆਇਆ ਔਰ ਅਸੀਂ ਉਹਨੂੰ ਢਾਹ ਲਿਆ ਤੇ ਅਸੀਂ ਉਹਦੀ ਇਮਿਊਨਿਟੀ ਬਣਾ ਲਈ। ਲੇਕਿਨ ਜਿਹੜੀ ਕੋਵੈਕਸਿਨ ਹੈ, ਕੋਵੈਕਸਿਨ ਡੈਡ ਵਾਇਰਸ ਵੈਕਸੀਨ ਹੈ। ਡੈਡ ਵਾਇਰਸ ਵੈਕਸੀਨ ਮੀਨਸ ਕਿ ਐਕਚੁਅਲ ਕੋਵਿਡ ਦਾ ਵਾਇਰਸ ਜੇ ਤੇ ਉਹਨੂੰ ਉਹਨਾਂ ਨੇ ਮਾਰ ਦਿੱਤਾ ਹੈ, ਲੇਕਿਨ ਉਹਦਾ ਬਾਹਰ ਦਾ ਸਰੀਰ ਦਾ ਜਿਹੜਾ ਢਾਂਚਾ ਹੈ ਉਹ ਬਰਕਰਾਰ ਹੈ। ਅੰਦਰੋਂ ਤਾਂ ਖਤਮ ਹੋ ਗਿਆ ਉਹ, ਲੇਕਿਨ ਬਾਹਰ ਦਾ ਢਾਂਚਾ ਬਰਕਰਾਰ ਹੈ। ਸੋ ਜਿੱਦਾਂ ਹੀ ਅਸੀਂ ਉਹ ਦਿੰਦੇ ਹਾਂ ਤੇ ਸਾਡੀ ਬਾਡੀ ਰੀਅਲਾਈਜ਼ ਕਰਦੀ ਕਿ ਕੋਵਿਡ ਦੀ ਇਨਫੈਕਸ਼ਨ ਹੋ ਗਈ ਹੈ
ਤੇ ਉਹਨੂੰ ਅਟੈਕ ਕਰਦੀ ਹੈ। ਲੇਕਿਨ ਸਮਝਣ ਦੀ ਲੋੜ ਇਹ ਹੈ ਕਿ ਜਿਹੜਾ ਚਿੰਪੈਂਜ਼ੀ ਵਾਇਰਸ ਵਾਲੀ ਵੈਕਸੀਨੇਸ਼ਨ ਹੈ, ਐਡੀਨੋ ਵਾਇਰਸ ਜਿਹੜੀ ਕੋਵੀਸ਼ੀਲਡ ਹੈ, ਉਹ ਸਾਡੇ ਅੰਦਰ ਮਲਟੀਪਲਾਈ ਕਰ ਸਕਦੀ ਹੈ। ਸੋ ਕਹਿਣ ਦਾ ਭਾਵ ਹੈ ਜੇ ਅੱਜ ਇੰਜੈਕਸ਼ਨ ਲਗਵਾਇਆ ਤੇ ਉਹ ਆਪਣੇ ਬੱਚੇ ਤੇ ਪੈਦਾ ਕਰੇਗਾ, ਭਾਵੇਂ ਇਨਫੈਕਸ਼ਨ ਨਹੀਂ ਕਰੇਗਾ। ਸੋ ਇਸ ਕਰਕੇ ਕੋਵਿਡ ਦੀ ਐਂਟੀਬਾਡੀ ਤੇ ਇਮਿਊਨਿਟੀ ਦਾ ਜਿਹੜਾ ਸਕੋਪ ਹੈ ਬਣਾ ਕੇ ਰੱਖਣ ਦਾ, ਉਹ ਬਹੁਤ ਦੇਰ ਤੱਕ ਚੱਲੇਗਾ। ਜਿਹੜੀ ਕੋਵੈਕਸਿਨ ਹੈ, ਕਿਉਂਕਿ ਇਹ ਇੱਕ ਡੈਡ ਵਾਇਰਸ ਵੈਕਸੀਨ ਹੈ, ਇਹ ਜਿੰਨੀ ਕਿ ਤੁਸੀਂ ਦਿੱਤੀ ਉਹਦੇ ਅਗੇਂਸਟ ਹੀ ਇਮਿਊਨਿਟੀ ਬਣਨੀ ਹੈ। ਇਹ ਔਨਗੋਇੰਗ ਇਮਿਊਨਿਟੀ ਦਾ ਪਾਰਟ ਪਲੇ ਕਰ ਪਾਏਗੀ ਕਿ ਨਹੀਂ, ਇਹ ਕਹਿਣਾ ਬੜਾ ਮੁਸ਼ਕਿਲ ਹੈ। ਇਸ ਕਰਕੇ ਹੁਣ ਡੇਟਾ ਇੱਦਾਂ ਦਾ ਸ਼ਾਇਦ ਆ ਜਾਏਗਾ ਕਿ ਜਿਨ੍ਹਾਂ ਨੂੰ ਕੋਵੀਸ਼ੀਲਡ ਲੱਗੀ ਹੋਈ ਹੈ ਉਹਨਾਂ ਨੂੰ ਸ਼ਾਇਦ ਇੱਕ ਅੱਧਾ ਡੋਜ਼ ਕੋਵੈਕਸਿਨ ਦਾ ਵੀ ਦਿੱਤਾ ਜਾਏ, ਕਿਉਂਕਿ ਉਹ ਮਾਈਕਰੋਨ ਦੇ ਵਿੱਚ ਕੋਵੈਕਸਿਨ ਦਾ ਰੋਲ ਜ਼ਿਆਦਾ ਇੰਪੋਰਟੈਂਟ ਔਰ ਜ਼ਿਆਦਾ ਵਧੀਆ ਦੇਖਿਆ ਗਿਆ। ਤੋ ਆਈ ਥਿੰਕ ਥੋੜੇ ਜਿਹੇ ਢੰਗ ਨਾਲ ਤੁਸੀਂ ਇਹ ਸਾਰਾ ਦੱਸਿਆ। ਕੁਝ ਡਾਈਟਰੀ ਪ੍ਰੀਕਾਸ਼ਨਸ ਲੋਕਾਂ ਨੂੰ ਕੁਝ ਖਾਣ ਪੀਣ ਬਾਰੇ ਕੁਝ ਤੁਸੀਂ ਹਦਾਇਤ ਦੇਣੀ ਚਾਹੋ ਇਹਨਾਂ ਨੂੰ? ਕਿਸ ਕਿਸਮ ਦੀਆਂ ਡਾਈਟਰੀ ਪ੍ਰੀਕਾਸ਼ਨਸ? ਜਿਹੜੀਆਂ ਮਤਲਬ ਲੋਕਾਂ ਨੂੰ ਕੀ ਖਾਣਾ ਚਾਹੀਦਾ ਹੈ, ਜਿਹੜੇ ਕੋਵਿਡ ਦੇ ਸਫਰਰ ਨੇ, ਜਿਹੜੇ ਪੇਸ਼ੈਂਟਸ ਨੇ? ਹਾਂਜੀ ਹਾਂਜੀ ਹਾਂਜੀ, ਦੇਖੋ ਠੰਡੀਆਂ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ। ਠੰਡੀਆਂ ਚੀਜ਼ਾਂ ਖੁਦ ਵੀ ਸਾਨੂੰ ਐਲਰਜੀ ਕਰ ਸਕਦੀਆਂ ਨੇ ਠੰਡੇ ਮੌਸਮ ਦੇ ਵਿੱਚ। ਔਰ ਡਰਾਈ ਫਰੂਟਸ ਜਿਹੜੇ ਆ ਉਹ ਘੱਟ ਤੋਂ ਘੱਟ, ਜਿਵੇਂ ਇਹਦੇ ਵਿੱਚ ਮੂੰਗਫਲੀ ਹੋ ਗਈ, ਜਿਸ ਤਰ੍ਹਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਘੱਟ ਖਾਣੀਆਂ ਚਾਹੀਦੀਆਂ ਨੇ। ਆਪਣੇ ਨੂੰ ਹਾਈਡਰੇਟਡ ਰੱਖਣਾ ਬੜਾ ਜ਼ਰੂਰੀ ਹੈ, ਕਿਉਂਕਿ ਕੋਵਿਡ ਦੀ ਜਿਹੜੀ ਥਰੋਟ ਇਨਫੈਕਸ਼ਨ ਹੈ ਉਹ ਮਿਊਕਸ ਬਹੁਤ ਜ਼ਿਆਦਾ ਥਿਕ ਕਰ ਦਿੰਦੀ ਹੈ। ਔਰ ਜਿੰਨਾ ਅਸੀਂ ਆਪਣੇ ਨੂੰ ਹਾਈਡਰੇਟਡ ਰੱਖਾਂਗੇ ਉਨਾ ਉਹ ਮਿਊਕਸ ਥਿਨ ਰਹੇਗਾ ਤੇ ਸਾਨੂੰ ਪਰੇਸ਼ਾਨੀ ਘੱਟ ਦੇਵੇਗਾ। ਕੋਸਾ ਪਾਣੀ ਪੀਣ ਔਰ ਮਿਨੀਮਮ ਐਗਜ਼ਰਟ ਕਰਨ, ਆਪਣੀ એનર્ਜੀ ਨੂੰ ਬਚਾ ਕੇ ਰੱਖਣ, ਉਹਨੂੰ ਜ਼ਾਇਆ ਨਾ ਕਰਨ, ਬਾਹਰ ਅੰਦਰ ਨਾ ਜਾਣ, ਇਹੀ ਜ਼ਿਆਦਾ ਜ਼ਰੂਰੀ ਹੈ। ਡਾਕਟਰ ਵਰੁਣ, ਮੈਨੂੰ ਨਾ ਕਿਸੇ ਵੇਲੇ ਬੜਾ ਹੁੰਦੀ ਹੈ ਹੈਰਾਨਗੀ ਕਿ ਇਹ ਵਾਇਰਸ ਨੂੰ ਕੀ ਹੁੰਦਾ, 3-4-6 ਮਹੀਨੇ ਬਿਲਕੁਲ ਡਿਸਪੀਅਰ ਹੋ ਜਾਂਦਾ ਹੈ ਐਂਡ ਦੈਨ ਸਡਨਲੀ ਉਹ ਫਸਾ ਕੇ ਤੇ ਫਿਰ ਸਾਨੂੰ ਪਰੇਸ਼ਾਨ ਕਰਦਾ ਹੈ। ਮੈਂ ਕੱਲ ਨਿਊਜ਼ ਦੇਖਦਾ ਕਿ ਅਸੀਂ ਫਰਾਂਸ ਦੇ ਵਾਲੇ ਓਮੀਕਰੋਨ ਤੋਂ ਅਸੀਂ ਹਟੇ ਨਹੀਂ ਤੇ ਫਰਾਂਸ ਨੇ ਕੋਈ ਨਵਾਂ ਵੇਰੀਐਂਟ INH ਕੱਢ ਦਿੱਤਾ ਹੈ, ਜਿਹੜਾ ਉਹ ਕਹਿੰਦੇ ਨੇ ਕਿ ਵੀ ਓਮੀਕਰੋਨ ਤੋਂ ਵੀ ਥੋੜਾ ਫਾਸਟ ਗਰੋ ਕਰਦਾ ਹੈ। ਸੋ ਅਸੀਂ ਕਿੱਥੇ ਵੇਅਰ ਵੀ ਆਰ ਹੈਡਿੰਗ, ਕਿਤੇ ਇਹ ਖਤਮ ਹੋਏਗਾ ਡੰਡਾ ਕਿ ਨਹੀਂ ਹੋਏਗਾ? ਸਰ, ਲੇਟੈਂਸੀ ਆਫ ਵਾਇਰਲ ਇਨਫੈਕਸ਼ਨ ਇੱਕ ਬੜਾ ਪੁਰਾਣਾ ਕਨਸੈਪਟ ਹੈਗਾ ਕਿ ਵਾਇਰਲ ਇਨਫੈਕਸ਼ਨਸ ਲੇਟੈਂਟ ਹੋ ਜਾਂਦੀਆਂ ਨੇ। ਸਾਨੂੰ ਅਕਸਰ ਪਤਾ ਚੱਲਦਾ ਕਿਸੇ ਨੂੰ ਜਨੇਊ ਨਿਕਲ ਆਇਆ। ਜਨੇਊ ਨਿਕਲ ਆਇਆ ਮਤਲਬ ਉਹਨਾਂ ਦੀ ਇੱਕ ਸਕਿਨ ਦੇ ਵਿੱਚ ਇੱਕ ਜਗ੍ਹਾ ਤੇ ਬਹੁਤ ਸਾਰੇ ਰੈਸ਼ ਆ ਜਾਂਦਾ ਹੈ, ਪਾਣੀ ਭਰੇ ਹੋਏ ਛਾਲੇ ਬਣ ਜਾਂਦੇ ਨੇ ਔਰ ਖੂਬ ਸਾਰੀ ਦਰਦ ਹੁੰਦੀ ਹੈ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਉਹ ਵਾਇਰਸ ਸ਼ਾਇਦ ਤੁਹਾਡੇ ਅੰਦਰ ਉਸ ਵੇਲੇ ਗਿਆ ਜਦੋਂ ਚਿਕਨ ਪੌਕਸ ਹੋਈ ਸੀ। ਸੋ ਜੇ ਉਹ ਚਿਕਨ ਪੌਕਸ ਵਾਲਾ ਵਾਇਰਸ 25-30 ਸਾਲ ਬਾਅਦ ਨਿਕਲ ਕੇ ਚਮੜੀ 'ਚੋਂ ਪ੍ਰੈਜ਼ੈਂਟ ਕਰ ਸਕਦਾ ਹੈ, ਦੈਟ ਮੀਨਸ ਕਿ ਅਸੀਂ ਵਾਇਰਲ ਬਿਹੇਵੀਅਰ ਨੂੰ ਜਾਣਨ ਤੋਂ, ਉਹਨੂੰ ਅੰਡਰਸਟੈਂਡ ਕਰਨ ਤੋਂ ਬਹੁਤ ਪਰੇ ਖੜੇ। HIV ਦਾ ਵਾਇਰਸ ਹੀ ਲੈ ਲਓ। HIV ਦੀ ਜਦੋਂ ਇਨਫੈਕਸ਼ਨ ਕਿਸੇ ਨੂੰ ਹੁੰਦੀ ਹੈ ਤੇ ਕਿਸੇ ਵੇਲੇ ਜਿਹੜੇ ਪਹਿਲੇ 3-4 ਮਹੀਨਿਆਂ ਦੇ ਵਿੱਚ ਉਹਨੂੰ ਬੁਖਾਰ ਆਉਂਦੇ ਆ, ਉਹਦੇ ਬਾਅਦ ਉਹ ਉਤਰ ਜਾਂਦੇ ਆ, ਫੀਵਰ, ਉਹ ਨੋਰਮਲ ਤੁਰਿਆ ਫਿਰਦਾ ਹੈ। 7-8 ਸਾਲ 10 ਸਾਲ ਬਾਅਦ ਜਾ ਕੇ ਕਿਤੇ ਉਹਨੂੰ ਏਡਸ ਦੀਆਂ ਮੈਨੀਫੈਸਟੇਸ਼ਨਸ ਆਉਣੀਆਂ ਸ਼ੁਰੂ ਹੁੰਦੀਆਂ, ਜਦੋਂ ਕਿ ਵਾਇਰਸ ਆਪਣੀ ਰੈਪਲੀਕੇਸ਼ਨ ਨੂੰ ਬੜਾ ਰੈਪਿਡ ਕਰ ਲੈਂਦਾ ਔਰ ਸਾਡੇ CD4 ਸੈਲਸ ਨੂੰ ਖਤਮ ਕਰ ਦਿੰਦਾ। ਮੈਂ ਇਹ ਐਗਜ਼ੈਂਪਲਸ ਤਾਂ ਦੇ ਰਿਹਾ ਤਾਂ ਜੋ ਕਿ ਅਸੀਂ ਇਹ ਸਮਝ ਪਾਈਏ ਕਿ ਜਿਹੜੇ ਵਾਇਰਸਿਸ ਨੇ ਇਹ ਸਾਡੇ DNA ਦੇ ਵਿੱਚ ਹੀ ਆਪਣਾ ਘਰ ਬਣਾ ਲੈਂਦੇ, ਆਪਣਾ DNA ਸਾਡੇ DNA ਦੇ ਵਿੱਚ ਮੇਲ ਕੇ ਛੱਡ ਦਿੰਦੇ ਨੇ। ਉਹਨੂੰ ਅਸੀਂ ਕਹਿੰਦੇ ਹਾਂ ਜੀ ਲੇਟੈਂਟ ਇਨਫੈਕਸ਼ਨ। ਪਿੱਛੇ ਜੇ CDC ਦੀਆਂ ਹੀ ਇੱਕ ਰਿਸਰਚ ਆਈ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਇਟ ਹੈਜ਼ ਬੀਨ ਫਾਊਂਡ ਦੈਟ ਕੋਵਿਡ ਵਾਇਰਸ ਕੈਨ ਬੀ ਪ੍ਰੈਜ਼ੈਂਟ ਇਨ ਲੇਟੈਂਟ ਸਟੇਟ ਇਨ ਆਵਰ ਬੋਡੀ ਫॉर 6 to 8 months। ਸੋ ਦੈਟ ਮੀਨਸ ਕਿ ਜਦੋਂ ਸਾਡੀ ਇਮਿਊਨਿਟੀ ਕਾਮਨ ਕੋਲਡ ਕਰਕੇ ਘਟੇ, ਕਾਮਨ ਕੋਲਡ ਘਟੇ, ਹੁਣ ਕਈਆਂ ਨੂੰ ਉਹ ਹਰਪੀਜ਼ ਲੇਬੀਐਲਿਸ ਹੋ ਜਾਂਦਾ, ਜਿਹਨੂੰ ਅਸੀਂ ਕਹਿੰਦੇ ਬੁੱਲਾਂ ਦੇ ਉੱਤੇ ਛਾਲੇ ਹੋਣਾ ਹੁੰਦਾ। ਜ਼ੁਕਾਮ ਹੈ ਤੇ ਨਾਲ ਹੀ ਬੁੱਲਾਂ ਤੇ ਛਾਲੇ ਹੋ ਜਾਂਦੇ। ਐਵਰੀ ਟਾਈਮ ਦੇ ਗੈਟ ਜ਼ੁਕਾਮ, ਐਵਰੀ ਟਾਈਮ ਦੇ ਗੈਟ ਹਰਪੀਜ਼ ਲੇਬੀਐਲਿਸ, ਕਈਆਂ ਨੂੰ ਬਾਰ-ਬਾਰ ਹੀ ਹੁੰਦਾ। ਸੋ ਦਿਸ ਇਜ਼ ਵਾਟ ਆਈ ਐਮ ਸੇਇੰਗ ਕਿ ਹੋ ਸਕਦਾ ਹੈ ਕਿ ਸਾਡੀ ਇਮਿਊਨਿਟੀ ਘਟਦੀ ਹੈ ਬਿਕੋਜ਼ ਆਫ ਸਮ ਅਦਰ ਇਨਫੈਕਸ਼ਨ, ਤੇ ਉਹ ਜਿਹੜਾ ਕੋਵਿਡ ਸਾਡੇ ਅੰਦਰ ਬੈਠਾ ਹੋਇਆ ਉਹ ਲੇਟੈਂਟ ਹੈ, ਉਹ ਨਿਕਲ ਕੇ ਤੇ ਬਾਹਰ ਆ ਜਾਂਦਾ ਔਰ ਐਕਟੀਵੇਟ ਹੋ ਕੇ ਤੇ ਸਪਰੈਡ ਹੋ ਜਾਂਦਾ। ਆਈ ਥਿੰਕ ਸਰ ਇਹਦੇ ਬਾਰੇ ਡੇਟਾ ਤੇ ਹਲੇ ਬੜਾ ਲਿਮਿਟਡ ਹੈ, ਬਟ ਆਈ ਫੀਲ ਕਿ ਦਿਸ ਕੁਡ ਬੀ ਦੀ ਓਨਲੀ ਪੋਸੀਬਲ ਐਕਸਪਲੇਨੇਸ਼ਨ। ਅਦਰਵਾਈਜ਼ ਅਸੀਂ ਵੀ ਸੋਚਦੇ 6-6 ਮਹੀਨੇ ਕਿੱਥੇ ਗਾਇਬ ਹੋ ਜਾਂਦਾ ਹੈ, ਛੁੱਟੀਆਂ ਕੱਟਣ ਚਲਾ ਜਾਂਦਾ, ਫਿਰ ਵਾਪਸ ਆ ਜਾਂਦਾ। ਬਟ ਆਈ ਥਿੰਕ ਦਿਸ ਮਾਈਟ ਬੀ ਦੀ ਅੰਡਰਲਾਈਂਗ ਮਕੈਨਿਜ਼ਮ ਜਿਹਦੇ ਵਿੱਚ ਪਲੇ ਕਰ ਰਿਹਾ।
So I think we are going to, this virus is going to stay with us for some time, and ਸਾਨੂੰ ਆਪਣਾ ਕੋਵਿਡ ਐਪਰੋਪ੍ਰੀਏਟ ਬਿਹੇਵੀਅਰ ਜਿਹੜੇ ਨੇ ਉਹ ਹਾਲੇ ਛੱਡਣੇ ਨਹੀਂ ਚਾਹੀਦੇ। ਅਸੀਂ ਕਈ ਵਾਰੀ ਬਹੁਤ ਲਾਪਰਵਾਹੀ ਨਾਲ ਫੰਕਸ਼ਨਸ ਅਟੈਂਡ ਕਰਨ ਚਲੇ ਜਾਂਦੇ ਆ, ਪਾਰਟੀਜ਼ ਅਟੈਂਡ ਕਰਨ ਚਲੇ ਜਾਂਦੇ ਆ। ਇਲੈਕਸ਼ਨ ਦੀਆਂ ਰੈਲੀ ਇਲੈਕਸ਼ਨ ਆ ਗਈ ਹੈ, ਉਹ ਰੈਲੀ ਵੀ ਸਾਡੇ ਨੇਤਾ ਕਰਨ ਵੀ ਰੈਲੀ ਕਰੀ ਜਾਂਦੇ ਆ। ਸੋ ਆਈ ਥਿੰਕ ਇਹ ਐਪਰੋਪ੍ਰੀਏਟ ਬਿਹੇਵੀਅਰ ਸਾਨੂੰ ਹਾਲੇ ਰੱਖਣੇ ਪੈਣਗੇ ਜੇ ਅਸੀਂ ਇਹਦੇ ਤੋਂ ਸੇਫ ਰਹਿਣਾ ਹੈ। ਬਾਕੀ ਆਈ ਥਿੰਕ ਰੱਬ ਸੁੱਖ ਰੱਖੇ, ਹੌਲੀ ਹੌਲੀ ਇਹਦੀ ਇਮਿਊਨਿਟੀ ਸਾਡੇ ਅੰਦਰ ਬਣੇਗੀ ਐਂਡ ਅਸੀਂ ਇਸ ਬਿਮਾਰੀ ਤੋਂ ਬਿਲਕੁਲ ਇਹਨੂੰ ਹਰਾ ਕੇ ਇੱਕ ਵਾਰੀ ਫੇਰ ਕਾਮਯਾਬ ਹੋਵਾਂਗੇ। ਸੋ ਥੈਂਕ ਯੂ ਵੈਰੀ ਮਚ ਡਾਕਟਰ ਵਰੁਣ। ਥੈਂਕ ਯੂ ਸਰ, ਥੈਂਕ ਯੂ। ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਤੁਸੀਂ ਇਹ ਪ੍ਰੋਗਰਾਮ ਦੇਖਦੇ ਰਹੋ ਐਂਡ ਸਾਨੂੰ ਦੱਸਦੇ ਰਹੋ ਕਿ ਤੁਹਾਨੂੰ ਇਹ ਕਿੱਦਾਂ ਦਾ ਲੱਗਦਾ ਹੈ। ਕੋਈ ਸੁਜੈਸ਼ਨਸ, ਕੋਈ ਤੁਸੀਂ ਆਪਣੀ ਕੋਈ ਸਲਾਹ ਦੇਣੀ ਚਾਹੁੰਦੇ ਹੋ ਤੇ ਜਾਂ ਮੋਸਟ ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।